हाँ जी, बहुत ही प्यारे बच्चों, ਆਪਾਂ ਅੱਜ ਤੋਂ ਸ਼ੁਰੂ ਕਰਨ ਜਾ ਰਹੇ ਹਾਂ 10ਵੀਂ ਜਮਾਤ ਦੀ ਪਾਠ ਪੁਸਤਕ ਵੰਨਗੀ ਦੀਆਂ ਕਹਾਣੀਆਂ ਦੇ ਪ੍ਰਸ਼ਨ ਉੱਤਰ। ਬੱਚਿਓ, ਆਪਾਂ ਸਾਰੀ ਵੰਨਗੀ ਨੂੰ ਜੋ ਕਹਾਣੀਆਂ ਨੇ ਆਪਾਂ ਪਹਿਲਾਂ ਹੀ ਤੁਹਾਡੇ ਨਾਲ ਸਾਂਝੀਆਂ ਕਰ ਚੁੱਕੇ ਹਾਂ। ਸੋ ਅੱਜ ਆਪਾਂ ਸ਼ੁਰੂ ਕਰਾਂਗੇ ਉਹਨਾਂ ਦੇ ਪ੍ਰਸ਼ਨ ਉੱਤਰ। ਸੋ ਸਭ ਤੋਂ ਪਹਿਲਾਂ ਜਿਹੜੀ ਕਹਾਣੀ ਹੈ ਕੁਲਫੀ। ਵੈਸੇ ਤਾਂ ਤੁਸੀਂ ਕਹਾਣੀ ਸੁਣੀ ਲਈ ਹੋਏਗੀ, ਪਰ ਫਿਰ ਵੀ ਆਪਾਂ ਥੋੜ੍ਹਾ ਜਿਹਾ ਜੋ ਸੰਖੇਪ ਸਾਰ ਹੈ ਇਹ ਤੁਹਾਡੇ ਨਾਲ ਸਾਂਝਾ ਕਰਾਂਗੇ। ਕੁਲਫੀ ਕਹਾਣੀ ਸੁਜਾਨ ਸਿੰਘ ਜੀ ਦੁਆਰਾ ਲਿਖੀ ਹੋਈ ਹੈ। ਕਹਾਣੀ ਦਾ ਜੋ ਸੰਖੇਪ ਸਾਰ ਹੈ ਉਹ ਇਸ ਤਰ੍ਹਾਂ ਹੈ। ਜੂਨ ਦੇ ਮਹੀਨੇ ਦੀ 26 ਤਾਰੀਖ ਸੀ। ਲੇਖਕ ਆਪਣੀ ਆਰਥਿਕ ਦਸ਼ਾ ਬਾਰੇ ਸੋਚ ਕੇ ਪਰੇਸ਼ਾਨ ਹੋ ਰਿਹਾ ਸੀ। ਗਲੀ ਵਿੱਚ ਕੁਲਫੀ ਵਾਲੇ ਦੀ ਆਵਾਜ਼ ਸੁਣ ਕੇ ਉਸ ਦਾ ਜੀ ਕੁਲਫੀ ਖਾਣ ਨੂੰ ਕੀਤਾ, ਪਰ ਪੈਸਾ ਨਾ ਹੋਣ ਕਰਕੇ ਉਹ ਬੇਵੱਸ ਹੋ ਗਿਆ। ਦੁਪਹਿਰ ਵੇਲੇ ਕਾਕੇ ਨੇ ਉਸ ਤੋਂ ਮੁਰਮੁਰੇ ਖਾਣ ਲਈ 1 ਟਕੇ ਮਤਲਬ 2 ਪੈਸੇ ਦੀ ਮੰਗ ਕੀਤੀ। ਉਸਨੇ ਕਾਕੇ ਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਉਹ ਹੁਣੇ ਮੁਰਮੁਰਾ ਨਾ ਖਾਵੇ, ਸਗੋਂ ਸਾਂਝ ਨੂੰ ਉਹ ਕੁਲਫੀ ਖਵਾਏਗਾ ਉਸਨੂੰ। ਕਾਕੇ ਨਾਲ ਕੁਲਫੀ ਖਵਾਉਣ ਦਾ ਵਾਅਦਾ ਕਰਕੇ ਉਹ ਚਲਾ ਗਿਆ। ਸ਼ਾਮ ਨੂੰ ਦੇਰ ਨਾਲ ਘਰ ਮੁੜਿਆ। ਮਹੀਨੇ ਦਾ ਅਖੀਰ ਹੋਣ ਕਰਕੇ ਉਸ ਕੋਲ ਪੈਸੇ ਨਹੀਂ ਸਨ। ਉਸਨੇ ਸੋਚਿਆ ਕਿ ਆਪਣੇ ਮਾਲਕ ਨੂੰ ਤਨਖਾਹ ਵਧਾਉਣ ਲਈ ਆਖੇਗਾ, ਪਰ ਨੌਕਰੀ ਖੁੱਸ ਜਾਣ ਦੇ ਡਰੋਂ ਉਹ ਅਜਿਹਾ ਵੀ ਨਾ ਕਰ ਸਕਿਆ। ਘਰ ਆਉਣ ਤੇ ਕਾਕੇ ਨੇ ਕੁਲਫੀ ਦੀ ਮੰਗ ਕੀਤੀ ਤਾਂ ਉਸਨੇ ਰਾਤ ਬਹੁਤ ਹੋ ਗਈ ਹੈ ਬਹਾਨਾ ਬਣਾ ਕੇ ਅਗਲੀ ਸਵੇਰ ਕੁਲਫੀ ਖਵਾਉਣ ਲਈ ਕਹਿ ਕੇ ਟਾਲ ਦਿੱਤਾ। ਕਾਕਾ ਸੌਂ ਗਿਆ। ਅਗਲੇ ਦਿਨ ਲੇਖਕ ਨੇ ਆਪਣੇ ਕਿਸੇ ਮਿੱਤਰ ਕੋਲੋਂ 3 ਰੁਪਏ ਉਧਾਰ ਲਏ, ਜਿਹੜੇ ਕਿ ਘਰ ਦਾ ਰਾਸ਼ਨ ਲਿਆਉਣ ਲਈ ਸਨ, ਤੇ ਨਾਲ ਦੀ ਨਾਲ ਹੀ ਉਹ ਮੁੱਕ ਗਏ। ਉਸ ਦਿਨ ਵੀ ਉਹ ਕਾਕੇ ਨੂੰ ਕੁਲਫੀ ਨਾ ਖਵਾ ਸਕਿਆ। ਉਹ ਬਹੁਤ ਉਦਾਸ ਹੋ ਗਿਆ। ਰਾਤ ਨੂੰ ਕਾਕਾ ਸੁੱਤਾ ਹੋਇਆ ਵੀ ਕੁਫੀ ਕੁਫੀ ਬੁੜਬੁੜਾਉਂਦਾ ਸੀ। ਅਗਲੇ ਦਿਨ ਕਾਕੇ ਨੇ ਉਸ ਤੋਂ ਕੁਲਫੀ ਦੀ ਮੰਗ ਨਹੀਂ ਕੀਤੀ। ਦੁਪਹਿਰ ਵੇਲੇ ਗਲੀ ਵਿੱਚ ਕੁਲਫੀ ਵਾਲੇ ਨੇ ਹੋਕਾ ਦਿੱਤਾ। ਕੁਲਫੀ ਵਾਲੇ ਦਾ ਹੋਕਾ ਸੁਣ ਕੇ ਕਾਕਾ ਬਾਹਰ ਨਿਕਲ ਗਿਆ। ਲੇਖਕ ਵੀ ਉਸਦੇ ਪਿੱਛੇ ਗਲੀ ਵਿੱਚ ਆ ਗਿਆ। ਕੁਲਫੀ ਵਾਲਾ ਸ਼ਾਹਾਂ ਦੇ ਮੁੰਡੇ ਨੂੰ ਕੁਲਫੀ ਦੇ ਰਿਹਾ ਸੀ। ਸ਼ਾਹਾਂ ਦਾ ਮੁੰਡਾ ਤਕੜਾ ਸੀ ਅਤੇ ਆਪਣੇ ਤੋਂ ਛੋਟੇ ਮੁੰਡਿਆਂ ਨੂੰ ਕੁੱਟਿਆ ਕਰਦਾ ਸੀ। ਕਾਕੇ ਨੇ ਉਸ ਨੂੰ ਧੱਕਾ ਮਾਰਿਆ। ਕੁਲਫੀ ਉਸਦੇ ਹੱਥੋਂ ਛੁੱਟ ਕੇ ਡਿੱਗ ਪਈ। ਜਦ ਉਸ ਮੁੰਡੇ ਦੀ ਮਾਂ ਲੇਖਕ ਦੇ ਘਰ ਉਲਾਮਾ ਲੈ ਕੇ ਉਸਦੀ ਪਤਨੀ ਕੋਲ ਗਈ ਤਾਂ ਲੇਖਕ ਦੀ ਪਤਨੀ ਕਾਕੇ ਨੂੰ ਮਾਰਨ ਲੱਗੀ। ਲੇਖਕ ਨੇ ਉਸ ਨੂੰ ਰੋਕ ਕੇ ਕਿਹਾ, ਕੁਝ ਵੰਡ ਸ਼ੁਦੈਣੇ, ਕਾਇਰ ਪਿਓ ਦੇ ਘਰ ਬਹਾਦਰ ਮੁੰਡਾ ਜੰਮਿਆ। ਸੋ ਬੱਚਿਓ, ਇਹ ਇਹਦਾ ਸਾਰ ਸੀ। ਪਰ ਆਪਾਂ ਜਦੋਂ ਵੀ ਕਦੇ ਪੇਪਰਾਂ ਦੇ ਵਿੱਚ ਸਾਰ ਲਿਖਣਾ ਹੈ ਨਾ, ਸ਼ੁਰੂ ਦੇ ਵਿੱਚ ਆਪਾਂ ਕਹਾਣੀ ਨਹੀਂ ਲਿਖਾਂਗੇ। ਇਹ ਮੈਂ ਤੁਹਾਡੇ ਨਾਲ ਉਂਝ ਸਾਂਝੀ ਕੀਤੀ ਸੀ ਕਿਉਂਕਿ ਮੈਂ ਚਾਹੁੰਦੀ ਸੀ ਕਿ ਤੁਹਾਨੂੰ ਇਸ ਕਹਾਣੀ ਬਾਰੇ ਪਤਾ ਲੱਗ ਜਾਏ। ਪਰ ਜਦੋਂ ਆਪਾਂ ਕੋਈ ਵੀ ਕਹਾਣੀ ਦਾ ਸਾਰ ਲਿਖਦੇ ਹਾਂ ਨਾ ਬੱਚਿਓ, ਤਾਂ ਉਹ ਕਹਾਣੀ ਆਪਾਂ ਨੂੰ ਕੀ ਸੇਧ ਦੇਣ ਜਾ ਰਹੀ ਹੈ, ਆਪਾਂ ਸਭ ਤੋਂ ਪਹਿਲਾਂ ਉਹ ਲਿਖਣਾ ਹੈ। ਤਾਂ ਆਪਾਂ ਇਹਦੇ ਵਿੱਚ ਕੀ ਲਿਖਾਂਗੇ ਵੀ ਕੁਲਫੀ ਕਹਾਣੀ ਸੁਜਾਨ ਸਿੰਘ ਜੀ ਨੇ ਘੱਟ ਤਨਖਾਹ ਲੈਣ ਵਾਲੇ ਮੁਲਾਜ਼ਮ ਦੀ ਆਰਥਿਕ ਹਾਲਤ ਦਾ ਚਿੱਤਰ ਪੇਸ਼ ਕੀਤਾ ਹੈ। ਆਰਥਿਕ ਹਾਲਤ ਮਤਲਬ ਜਦੋਂ ਪੈਸਿਆਂ ਨਾਲ ਸੰਬੰਧਿਤ ਹੋਵੇ, ਸਮਾਨ ਲਿਆਉਣਾ, ਤਨਖਾਹ ਕਿੰਨੀ ਕਾ। ਘੱਟ ਤਨਖਾਹ ਲੈਣ ਕਰਕੇ ਉਹ ਆਪਣੀ ਕੁਲਫੀ ਖਾਣ ਦੀ ਖਾਹਸ਼ ਨੂੰ ਦਿਲ ਦੇ ਵਿੱਚ ਹੀ ਦਬਾ ਲੈਂਦਾ ਹੈ। ਇੱਥੋਂ ਤੱਕ ਕਿ ਕਾਕਾ, ਜੋ ਕਿ ਉਸਦਾ ਪੁੱਤਰ ਹੁੰਦਾ ਹੈ, ਉਸਦੇ ਕੁਲਫੀ ਮੰਗਣ ਤੇ ਬਹਾਨਾ ਲਗਾਉਂਦਾ ਹੈ। ਕਦੇ ਉਹ ਉਸਨੂੰ ਕਹਿੰਦਾ ਹੈ ਵੀ ਮੁਰਮੁਰਾ ਖਾ। ਮੁਰਮੁਰਾ ਕਾਕਾ ਮੰਗਦਾ ਹੈ ਤਾਂ ਉਹ ਕਹਿੰਦਾ ਨਹੀਂ, ਮੁਰਮੁਰਾ ਨਹੀਂ ਖਾਣਾ ਤੂੰ। ਮੁਰਮੁਰਾ ਕੀ ਹੁੰਦਾ, ਇੱਕ ਭੈੜਾ ਹੁੰਦਾ ਹੈ। ਤੇ ਸ਼ਾਮ ਨੂੰ ਉਹ ਫਿਰ ਬਹਾਨਾ ਲਾਉਂਦਾ, ਮੈਂ ਸ਼ਾਮ ਨੂੰ ਉਹ ਕਰੂੰਗਾ, ਕੁਲਫੀ ਲਿਆਊਂ। ਕਾਕਾ ਉਡੀਕਦਾ ਰਹਿੰਦਾ ਹੈ, ਪਰ ਉਹ ਸ਼ਾਮ ਨੂੰ ਵੀ ਕੁਲਫੀ ਨਹੀਂ ਲੈ ਕੇ ਆਉਂਦਾ। ਫਿਰ ਉਹ ਸੋਚਦਾ ਹੈ ਵੀ ਅਗਲੇ ਦਿਨ ਰਾਤ ਬਹੁਤ ਹੋ ਚੁੱਕੀ ਹੈ, ਪਰ ਅਗਲੇ ਦਿਨ ਉਸਨੇ ਮੰਗ ਨਹੀਂ ਕੀਤੀ। ਸਗੋਂ ਜਦੋਂ ਆਵਾਜ਼ ਸੁਣਦਾ ਹੈ, ਉਹ ਆਵਾਜ਼ ਬਾਹਰ ਜਾ ਕੇ ਸ਼ਾਹਾਂ ਦੇ ਮੁੰਡੇ ਨਾਲ ਕੁਲਫੀ ਦੇ ਬਹਾਨੇ ਲੜ ਪੈਂਦਾ ਹੈ। ਮਤਲਬ ਇਹ ਸਾਰੀ ਕੁਲਫੀ ਇੱਕ ਮਤਲਬ ਆਪਾਂ ਕਹਿ ਸਕਦੇ ਇੱਕ ਪ੍ਰਤੀਕ ਹੈ, ਇੱਕ ਗਰੀਬੀ, ਕਿਉਂਕਿ ਉਹ ਆਪਣੇ ਬੱਚੇ ਦੀ ਖਾਹਿਸ਼ ਪੂਰੀ ਕਰਨੀ ਚਾਹੁੰਦਾ ਹੁੰਦਾ, ਪਰ ਉਹ ਚਾਹ ਕੇ ਵੀ ਖਾਹਿਸ਼ ਪੂਰੀ ਨਹੀਂ ਕਰ ਸਕਦਾ। ਸੋ ਇਹ ਸਾਰੀਆਂ ਚੀਜ਼ਾਂ ਇਹ ਦਰਸਾਉਂਦੀਆਂ ਨੇ ਵੀ ਮਤਲਬ ਉਹਦੀ ਤਨਖਾਹ ਘੱਟ ਹੁੰਦੀ ਹੈ, ਉਹ ਆਪਣੇ ਬੱਚਿਆਂ ਦੀ ਖਾਹਿਸ਼ ਪੂਰੀ ਕਰਨਾ ਚਾਹੁੰਦਾ ਹੈ, ਪਰ ਗਰੀਬੀ ਨੇ ਉਸ ਨੂੰ ਇਸ ਤਰ੍ਹਾਂ ਜਕੜ ਲਿਆ ਹੁੰਦਾ ਹੈ ਵੀ ਉਹ ਆਪਣੇ ਬੱਚਿਆਂ ਦੀ ਜੋ ਖਾਹਿਸ਼ ਹੁੰਦੀ ਹੈ, ਕੁਲਫੀ ਕਿੱਡੀ ਕੁ ਮਤਲਬ ਗੱਲ ਹੁੰਦੀ ਹੈ, ਪਰ ਉਹ ਵੀ ਉਹ ਉਸ ਨੂੰ ਨਹੀਂ ਦਵਾ ਸਕਦਾ। ਸੋ ਬੱਚਿਓ, ਇਹ ਸੀ ਉਸਦਾ ਸਾਰ।
ਤੇ ਹੁਣ ਆਪਾਂ ਇਸ ਦੇ ਪ੍ਰਸ਼ਨ ਉੱਤਰ ਕਰਾਂਗੇ। ਸਭ ਤੋਂ ਪਹਿਲਾ ਪ੍ਰਸ਼ਨ ਤਾਂ ਇਹਦਾ ਇਹੀ ਆ ਜਾਂਦਾ ਹੈ ਵੀ ਸਾਰ ਲਿਖੋ। ਸੋ ਦੂਸਰਾ ਹੈ, ਕੁਲਫੀ ਵਾਲੇ ਦਾ ਹੋਕਾ ਸੁਣ ਕੇ ਲੇਖਕ ਕੀ ਸੋਚਣ ਲੱਗਾ। ਕੁਲਫੀ ਵਾਲਾ ਗਲੀ ਵਿੱਚ ਹੋਕਾ ਦੇ ਰਿਹਾ ਸੀ। ਉਸ ਦੀ ਆਵਾਜ਼ ਬਹੁਤ ਦੇਰ ਤੱਕ ਲੇਖਕ ਦੇ ਕੰਨਾਂ ਵਿੱਚ ਗੂੰਜਦੀ ਰਹੀ। ਉਸ ਦੀਆਂ ਅੱਖਾਂ ਅੱਗੇ ਦੁੱਧ ਚਿੱਟੀ ਕੁਲਫੀ ਘੁੰਮ ਰਹੀ ਸੀ। ਉਸ ਦੇ ਮੂੰਹ ਵਿੱਚ ਪਾਣੀ ਭਰ ਗਿਆ, ਪਰ ਉਹ ਪੈਸੇ ਦੀ ਤੰਗੀ ਹੋਣ ਕਰਕੇ ਕੁਲਫੀ ਲੈਣ ਤੋਂ ਅਸਮਰੱਥ ਸੀ। ਉਹ ਆਪਣੀ ਆਰਥਿਕ ਤੰਗੀ ਬਾਰੇ ਸੋਚ ਰਿਹਾ ਸੀ। ਉਸਨੇ ਸੋਚਿਆ ਕਿ ਪੈਸੇ ਦੀ ਤੰਗੀ ਹਵਾਲਾਤ ਤੋਂ ਵੀ ਭੈੜੀ ਹੁੰਦੀ ਹੈ। ਮਤਲਬ ਪੈਸੇ ਦੀ ਤੰਗੀ ਹਵਾਲਾਤ ਦੀ ਤੰਗੀ ਤੋਂ ਵੀ ਭੈੜੀ ਹੁੰਦੀ ਹੈ। ਅਗਲਾ ਪ੍ਰਸ਼ਨ ਬੱਚਿਓ, ਤੁਸੀਂ ਤਕਾ ਦਿਓ, ਮੈਨੂੰ ਨਹੀਂ ਲੱਗਦੀ ਖੰਘ। ਕਾਕੇ ਦੇ ਇਹਨਾਂ ਸ਼ਬਦਾਂ ਤੋਂ ਕੀ ਭਾਵ ਹੈ? ਜਦੋਂ ਕਾਕੇ ਨੇ ਲੇਖਕ ਪਾਸੋਂ ਮੁਰਮੁਰੇ ਲੈਣ ਲਈ ਇੱਕ ਟਕਾ ਮੰਗਿਆ ਤਾਂ ਲੇਖਕ ਨੇ ਉਸ ਨੂੰ ਕਿਹਾ ਕਿ ਮੁਰਮੁਰੇ ਖਾਣ ਨਾਲ ਖੰਘ ਲੱਗ ਜਾਂਦੀ ਹੈ। ਮਹੀਨੇ ਦਾ ਆਖਰੀ ਦਿਨ ਹੋਣ ਕਰਕੇ ਲੇਖਕ ਕੋਲ ਪੈਸੇ ਨਹੀਂ ਸਨ, ਇਸ ਲਈ ਉਸਨੇ ਇਹ ਬਹਾਨਾ ਬਣਾਇਆ। ਪਰ ਕਾਕਾ ਆਪਣੀ ਮੁਰਮੁਰੇ ਖਾਣ ਦੀ ਇੱਛਾ ਨਹੀਂ ਸੀ ਛੱਡਣਾ ਚਾਹੁੰਦਾ, ਇਸ ਲਈ ਉਸਨੇ ਲੇਖਕ ਨੂੰ ਕਿਹਾ, ਤੁਸੀਂ ਮੈਨੂੰ ਇੱਕ ਤਕਾ ਦੇ ਦਿਓ, ਮੈਨੂੰ ਨਹੀਂ ਲੱਗਦੀ ਖੰਘ, ਮਤਲਬ ਮੈਨੂੰ ਖੰਘ ਨਹੀਂ ਲੱਗਦੀ, ਤੁਸੀਂ ਮੈਨੂੰ ਇੱਕ ਤਕਾ ਦੇ ਦਿਓ। ਅਗਲਾ ਪ੍ਰਸ਼ਨ, ਲੇਖਕ ਆਪਣੇ ਪਿਤਾ ਦੇ ਸਮੇਂ ਦੀ ਅਤੇ ਆਪਣੇ ਸਮੇਂ ਨਾਲ ਤੁਲਨਾ ਕਿਉਂ ਕਰਦਾ ਸੀ? ਲੇਖਕ ਸੋਚ ਰਿਹਾ ਸੀ ਕਿ ਬਚਪਨ ਵਿੱਚ ਉਸ ਦਾ ਪਿਤਾ ਉਸ ਨੂੰ ਇੱਕ ਧੇਲਾ ਖਰਚਣ ਲਈ ਦਿੰਦਾ ਸੀ ਅਤੇ ਇਸ ਧੇਲੇ ਦੇ ਐਨੇ ਛੋਲੇ ਆ ਜਾਂਦੇ ਸਨ ਕਿ ਮੁੱਕਦੇ ਹੀ ਨਹੀਂ ਸਨ। ਹੁਣ ਇੱਕ ਆਨੇ ਦੇ ਵੀ ਓਨੇ ਛੋਲੇ ਨਹੀਂ ਮਿਲਦੇ। ਉਸ ਦੀ ਆਮਦਨ ਉਸ ਦੇ ਪਿਤਾ ਤੋਂ ਬਹੁਤ ਘੱਟ ਸੀ, ਪਰ ਮਹਿੰਗਾਈ ਵੱਧ ਗਈ ਸੀ। ਇਸ ਲਈ ਉਹ ਆਪਣੇ ਪਿਤਾ ਦੇ ਸਮੇਂ ਦੀ ਤੁਲਨਾ ਆਪਣੇ ਸਮੇਂ ਨਾਲ ਕਰਦਾ ਸੀ। ਆਪਣੇ ਪਿਤਾ ਤੋਂ ਵੱਧ ਪੜ੍ਹਿਆ ਲਿਖਿਆ ਹੋਣ ਕਰਕੇ ਉਹਨਾਂ ਨਹੀਂ ਕਮਾ ਸਕਦਾ ਜਿੰਨਾ ਕਿ ਉਹ ਕਮਾਉਂਦੇ ਸਨ। ਅਗਲਾ ਪ੍ਰਸ਼ਨ, ਲੇਖਕ ਮਾਲਕ ਤੋਂ ਤਨਖਾਹ ਵਧਾਉਣ ਦੀ ਮੰਗ ਤੋਂ ਸੰਕੋਚ ਕਿਉਂ ਕਰ ਰਿਹਾ ਸੀ? ਲੇਖਕ ਚਾਹੁੰਦਾ ਸੀ ਕਿ ਆਪਣੇ ਮਾਲਕ ਨੂੰ ਤਨਖਾਹ ਵਧਾਉਣ ਲਈ ਕਹਿ ਦੇਵੇ, ਪਰ ਉਹ ਸੋਚਦਾ ਸੀ ਕਿ ਉਸ ਇਕੱਲੇ ਦੀ ਗੱਲ ਨਹੀਂ ਸੁਣੇਗਾ। ਉਹਨੂੰ ਇਹ ਵੀ ਡਰ ਸੀ ਕਿ ਵੱਧ ਤਨਖਾਹ ਦੀ ਮੰਗ ਕਰਨ ਕਰਕੇ ਕਿਤੇ ਉਸ ਦੀ ਨੌਕਰੀ ਹੀ ਨਾ ਚਲੀ ਜਾਵੇ। ਉਸ ਨੂੰ ਆਪਣੀ ਬੇਰੁਜ਼ਗਾਰੀ ਬਾਰੇ ਸੋਚ ਕੇ ਆਪਣਾ ਭਵਿੱਖ ਵੀ ਚੰਗਾ ਨਹੀਂ ਸੀ ਜਾਪਦਾ, ਇਸੇ ਲਈ ਉਹ ਤਨਖਾਹ ਵਧਾਉਣ ਦੀ ਮੰਗ ਤੋਂ ਸੰਕੋਚ ਕਰ ਰਿਹਾ ਸੀ। ਅਗਲਾ ਪ੍ਰਸ਼ਨ, ਸ਼ਾਹਾਂ ਦੇ ਮੁੰਡੇ ਤੋਂ ਕੁਲਫੀ ਖੋਹਣ ਤੇ ਕਾਕੇ ਦੇ ਮਾਪਿਆਂ ਦਾ ਕੀ ਪ੍ਰਤੀਕਰਮ ਸੀ? ਕੁਲਫੀ ਵਾਲਾ ਸ਼ਾਹਾਂ ਦੇ ਮੁੰਡੇ ਨੂੰ ਕੁਲਫੀ ਦੇ ਰਿਹਾ ਸੀ। ਕਾਕੇ ਨੇ ਸ਼ਾਹਾਂ ਦੇ ਮੁੰਡੇ ਨੂੰ ਧੱਕਾ ਮਾਰਿਆ। ਉਸ ਦੇ ਹੱਥੋਂ ਕੁਲਫੀ ਡਿੱਗ ਪਈ। ਸ਼ਾਹਾਂ ਦੇ ਮੁੰਡੇ ਨੇ ਕਾਕੇ ਨੂੰ ਮਾਰਨਾ ਚਾਹਿਆ, ਪਰ ਕਾਕੇ ਨੇ ਉਸ ਨੂੰ ਮੋਰੀ ਵਿੱਚ ਸੁੱਟ ਦਿੱਤਾ ਤੇ ਕੁਲਫੀ ਵੀ ਗਿਰ ਗਈ। ਜਦੋਂ ਉਸ ਦੀ ਮਾਂ ਉਲਾਂਭਾ ਲੈ ਕੇ ਲੇਖਕ ਦੇ ਘਰ ਆਈ ਤਾਂ ਲੇਖਕ ਦੀ ਪਤਨੀ ਗੁੱਸੇ ਨਾਲ ਕਾਕੇ ਨੂੰ ਮਾਰਨ ਲੱਗੀ। ਕਾਕੇ ਦੇ ਪਿਓ ਭਾਵ ਲੇਖਕ ਨੇ ਉਸ ਨੂੰ ਰੋਕਦਿਆਂ ਕਿਹਾ, ਕੁਝ ਵੰਡ ਸ਼ੁਦੈਣੇ, ਕਾਇਰ ਪਿਓ ਦੇ ਘਰ ਬਹਾਦਰ ਮੁੰਡਾ ਜੰਮਿਆ। ਲੇਖਕ ਖੁਸ਼ ਸੀ ਕਿ ਉਹ ਆਪ ਤਾਂ ਡਰਪੋਕ ਹੈ, ਪਰ ਉਸ ਦਾ ਪੁੱਤਰ ਬਹਾਦਰ ਹੈ। ਅਗਲਾ ਪ੍ਰਸ਼ਨ, ਕਾਕਾ ਸੁਪਨੇ ਵਿੱਚ ਕਿਉਂ ਬੁੜਬੁੜਾ ਰਿਹਾ ਸੀ? ਕਾਕਾ ਸੁਪਨੇ ਵਿੱਚ ਇਸ ਲਈ ਬੁੜਬੁੜਾ ਰਿਹਾ ਸੀ ਕਿਉਂਕਿ ਉਸ ਦੇ ਪਿਓ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਉਹ ਕਾਕੇ ਨੂੰ ਕੁਲਫੀ ਖਵਾਏਗਾ, ਪਰ ਉਸ ਨੇ ਆਪਣਾ ਵਾਅਦਾ ਪੂਰਾ ਨਹੀਂ ਸੀ ਚੜਾਇਆ। ਸੁਪਨੇ ਵਿੱਚ ਵੀ ਉਸ ਦੀ ਕੁਲਫੀ ਖਾਣ ਦੀ ਇੱਛਾ ਖਤਮ ਨਹੀਂ ਸੀ ਹੋਈ ਅਤੇ ਉਹ ਕੁਫੀ ਬੁੜਬੁੜਾ ਰਿਹਾ ਸੀ ਕਿਉਂਕਿ ਉਸਨੇ ਵਾਅਦਾ ਕੀਤਾ ਸੀ ਕਿ ਉਹ ਦੁਪਹਿਰ ਨੂੰ ਕੁਲਫੀ ਲੈ ਕੇ ਆਏਗਾ, ਰਾਤ ਨੂੰ ਕੁਲਫੀ ਲੈ ਕੇ ਆਏਗਾ, ਤੇ ਪਰ ਉਹ ਕੁਲਫੀ ਨਹੀਂ ਸੀ ਲੈ ਕੇ ਆਇਆ। ਇਸ ਕਰਕੇ ਉਹਦਾ ਜੋ ਲੜਕਾ ਸੀਗਾ ਉਹ ਬਾਰ-ਬਾਰ ਕੁਫੀ ਬੁੜਬੁੜਾ ਰਿਹਾ ਸੀ। ਅਗਲਾ ਪ੍ਰਸ਼ਨ, ਲੇਖਕ ਇਸ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦਾ ਹੈ? ਲੇਖਕ ਇਸ ਕਹਾਣੀ ਵਿੱਚ ਇਹ ਦੱਸਣਾ ਚਾਹੁੰਦਾ ਹੈ ਕਿ ਆਰਥਿਕ ਤੰਗੀ ਵਿੱਚ ਆਦਮੀ ਆਪਣੀਆਂ ਇੱਛਾਵਾਂ ਨੂੰ ਮਾਰ ਲੈਂਦਾ ਹੈ, ਪਰ ਉਸ ਦੇ ਅੰਦਰ ਵਿਰੋਧ ਵਧਣ ਲੱਗ ਪੈਂਦਾ ਹੈ। ਇਹ ਵਿਰੋਧ ਆਰਥਿਕ ਸੁੱਖ ਭੋਗ ਰਹੇ ਵਿਅਕਤੀਆਂ ਅੱਗੇ ਠੀਕ ਢੰਗ ਨਾਲ ਨਹੀਂ ਨਿਕਲਦਾ ਅਤੇ ਗੁੱਸੇ ਦੇ ਰੂਪ ਵਿੱਚ ਬਦਲ ਜਾਂਦਾ ਹੈ। ਮਤਲਬ ਮਜਬੂਰੀ ਕੁਝ ਵੀ ਕਰਾ ਦਿੰਦੀ ਹੈ ਇਨਸਾਨ ਤੋਂ। ਸੋ ਬੱਚਿਓ, ਇਹ ਦੇਖੀਏ ਆਪਾਂ ਕਹਾਣੀ ਕੁਲਫੀ, ਉਸਦੇ ਪ੍ਰਸ਼ਨ ਉੱਤਰ ਜੋ ਆਪਾਂ ਨੂੰ ਇਹ ਦੱਸਦੇ ਨੇ ਵੀ ਮਤਲਬ ਕਿੰਨਾ ਮਜਬੂਰ ਹੁੰਦਾ ਹੈ, ਪਰ ਉਸਦਾ ਜੋ ਕਾਕਾ ਹੁੰਦਾ ਹੈ, ਲੜਕਾ ਹੁੰਦਾ ਹੈ, ਉਹ ਬਹਾਦਰ ਹੁੰਦਾ ਹੈ।
ਉਹ ਆਪਣੇ ਆਪ ਨੂੰ ਕਾਇਰ ਕਹਿੰਦਾ ਹੁੰਦਾ। ਉਹ ਸੋਚਦਾ ਵੀ ਮੈਂ ਇੰਨਾ ਕਾਇਰ ਹਾਂ ਵੀ ਆਪਣੇ ਬੱਚੇ ਦੀਆਂ ਜੋ ਇੱਛਾਵਾਂ ਨੇ ਉਹ ਵੀ ਪੂਰੀਆਂ ਨਹੀਂ ਕਰ ਸਕਦਾ, ਤਨਖਾਹ ਵਧਾਉਣ ਨੂੰ ਨਹੀਂ ਕਹਿ ਸਕਦਾ। ਸੋ ਬੱਚਿਓ, ਇਸ ਦੇ ਨਾਲ ਮਿਲਦੇ ਜੁਲਦੇ ਆਪਾਂ ਤੁਹਾਡੇ ਨਾਲ ਛੋਟੇ ਪ੍ਰਸ਼ਨ ਸਾਂਝੇ ਕਰਾਂਗੇ ਤਾਂ ਜੋ ਇਹ ਕਹਾਣੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ। ਕੁਲਫੀ ਕਹਾਣੀ ਦਾ ਲੇਖਕ ਕੌਣ ਹੈ? ਸੁਜਾਨ ਸਿੰਘ। ਪੈਸੇ ਦੀ ਤੰਗੀ ਕਿਹੜੀ ਤੰਗੀ ਤੋਂ ਵੀ ਭੈੜੀ ਹੁੰਦੀ ਹੈ? ਹਵਾਲਾਤ ਦੀ ਤੰਗੀ ਤੋਂ। ਕਾਕੇ ਨੇ ਲੇਖਕ ਕੋਲੋਂ ਕੀ ਮੰਗਿਆ? 1 ਟਕਾ ਮੰਗਿਆ ਸੀ। ਲੇਖਕ ਦੇ ਅਨੁਸਾਰ ਮਹਿੰਗਾਈ ਕਦੋਂ ਵੱਧ ਗਈ ਸੀ? ਦੂਜੇ ਸੰਸਾਰ ਯੁੱਧ ਪਿੱਛੋਂ। ਲੇਖਕ ਨੇ ਕਾਕੇ ਨੂੰ ਮੁਰਮੁਰਾ ਖਰੀਦਣ ਤੋਂ ਕਿਵੇਂ ਟਾਲਿਆ? ਕੁਲਫੀ ਲੈ ਕੇ ਦੇਣ ਦਾ ਵਾਅਦਾ ਕੀਤਾ। ਕਾਕਾ ਤਾਰਿਆਂ ਨੂੰ ਕੀ ਸਮਝਦਾ ਸੀ? ਰੁਪਏ ਸਮਝਦਾ ਸੀ। ਲੇਖਕ ਨੇ ਆਪਣੇ ਕਿਸੇ ਸਾਥੀ ਤੋਂ ਕਿੰਨੇ ਰੁਪਏ ਉਧਾਰ ਲਏ ਸਨ? 3 ਰੁਪਏ। ਸ਼ਾਹਾਂ ਦੇ ਮੁੰਡੇ ਦੀ ਉਮਰ ਕਿੰਨੀ ਸੀ? 8 ਸਾਲ ਦੀ। ਕਾਕੇ ਦੀ ਉਮਰ ਕਿੰਨੀ ਸੀ? ਕਾਕਾ 5 ਸਾਲ ਦਾ ਸੀ। ਲੇਖਕ ਦੇ ਘਰ ਉਲਾਮਾ ਲੈ ਕੇ ਕੌਣ ਆਇਆ ਸੀ? ਸ਼ਾਹਾਂ ਦੇ ਮੁੰਡੇ ਦੀ ਮਾਂ ਮਤਲਬ ਸ਼ਾਣੀ। ਸੁਜਾਨ ਸਿੰਘ ਦਾ ਜਨਮ ਕਦੋਂ ਹੋਇਆ ਅਤੇ ਉਸਦੇ ਮਾਤਾ ਪਿਤਾ ਦਾ ਕੀ ਨਾਂ ਸੀ? ਸੁਜਾਨ ਸਿੰਘ ਦਾ ਜਨਮ 1909 ਈਸਵੀ ਨੂੰ ਸ਼੍ਰੀਮਤੀ ਜਮਨਾ ਦੇਵੀ ਅਤੇ ਪਿਤਾ ਸਰਦਾਰ ਹਕੀਮ ਸਿੰਘ ਦੇ ਘਰ ਹੋਇਆ। ਲੇਖਕ ਨੇ ਕਿਹੜੇ-ਕਿਹੜੇ ਕੰਮ ਕੀਤੇ? ਲੇਖਕ ਨੇ ਪਹਿਲਾਂ ਗੋਦਾਮ ਕੀਪਰ ਰਿਹਾ, ਬਾਅਦ ਵਿੱਚ ਕਾਲਜ ਦੇ ਪ੍ਰਿੰਸੀਪਲ ਉਹ ਬਣ ਗਏ ਸੀ। ਸੁਜਾਨ ਸਿੰਘ ਦੀ ਕਹਾਣੀ ਸੰਗ੍ਰਹਿਾਂ ਦੇ ਨਾਂ ਦੱਸੋ। ਦੁੱਖ ਸੁੱਖ ਤੋਂ ਪਿੱਛੋਂ, ਨਰਕਾਂ ਦੇ ਦੇਵਤੇ, ਨਵਾਂ ਰੰਗ, ਸ਼ਹਿਰ ਤੇ ਗ੍ਰਾਂ, ਸਵਾਲ ਜਵਾਬ ਸੁਜਾਨ ਸਿੰਘ ਦੇ ਕਹਾਣੀ ਸੰਗ੍ਰਹਿ ਹਨ। ਸੋ ਬੱਚਿਓ, ਇਹ ਸੀ ਲੇਖਕ ਬਾਰੇ ਜਾਣਕਾਰੀ ਤੇ ਕਹਾਣੀ ਬਾਰੇ ਜਾਣਕਾਰੀ। ਉਮੀਦ ਹੈ ਕਿ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।